मरना तो हैगा ही आ, फिर क्यों ना अणख नाल मरीए। मैं गल्लां नहीं कर रही हैगी, ये मैं दिलों बोल रही हाँ। जे मैं सच्ची कह रही हाँ, जे मैनू मरना पऊगा मैं मरन नूं तैयार हाँ, जे मैनू मरना पऊगा मैं मरन नूं तैयार हाँ। जट जमीन नूं जां किसान जिहड़ा जमीन नूं मां कहंदा तां ओह सोच के ही कवे भी जे तां मां दा पुੱਤ बन के विखाउणा पंजाब दा खाधा, जे तां खा के जिहड़ा हलाल करना तां ठीक है, जे खा के हराम करना बहुत कर रहे आ, बहुत सारे लीडर कर रहे हैं, बहुत सारे गवैये लेख गायक जिहड़े धार्मिक सियासी अखाड़े वाले बहुत कर रहे हैं। काल जे हाले तक छुरी नहीं, ये ना समझी शहर की हालत बुरी नहीं। अज पंजाब दे बहुत सारे वसनीक आपो अपनियां कोठियां दे विच बैठे होणगे ते खास करके धर्म दीयां सोहां खाण वाले लीडर ਉਹ ਅੱਜ ਸਿਆਸਤ ਕਰ ਰਹੇ ਨੇ। ਪਰ ਦੂਜੇ ਪਾਸੇ ਪੰਜਾਬ ਦੇ ਬਹੁਤ ਸਾਰੇ ਦੇਸ਼ ਪੰਜਾਬ ਦੇ ਭਵਿੱਖ ਦੇ ਲਈ ਫਿਕਰਮੰਦ ਧੀਆਂ ਤੇ ਪੁੱਤ ਉਹ ਸੜਕਾਂ ਤੇ ਨਿਤਰੇ ਹੋਏ ਨੇ। ਅਸੀਂ ਸ਼ੰਭੂ ਬਾਰਡਰ ਤੇ ਬੈਠੇ ਹੋਏ ਹਾਂ। ਮੇਰੇ ਨਾਲ ਜਾਣੀ ਮਾਣੀ ਸ਼ਖਸੀਅਤ ਸਿਮਰਨਜੀਤ ਕੌਰ ਗਿੱਲ ਵਕੀਲ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਅੱਜ KTV ਤੇ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਜ ਸਾਨੂੰ ਜਾਪਦਾ ਵੀ ਇੱਥੇ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਆ ਗਏ, ਪਰ ਇਹਦੀ ਦੂਜੀ ਤਸਵੀਰ ਇਹ ਆ ਵੀ ਇਸ ਤੋਂ ਹਜ਼ਾਰਾਂ ਗੁਣਾਂ ਦੀ ਗਿਣਤੀ ਦੇ ਵਿੱਚ ਘਰਾਂ 'ਚ ਬੈਠੇ ਆ। ਉਹ ਲੀਡਰਾਂ ਦੀਆਂ ਰੈਲੀਆਂ ਝੰਡੇ ਚੁੱਕੀ ਫਿਰਦੇ ਆ, ਉਹ ਜਿੰਦਾਬਾਦ ਮੁਰਦਾਬਾਦ ਕਰ ਰਹੇ ਆ। ਤੁਹਾਨੂੰ ਕੀ ਜਾਪਦਾ, ਉਹ ਠੀਕ ਆ ਜਾਂ ਇੱਥੇ ਜਿਹੜੇ ਆਏ ਠੀਕ ਆ? ਦੇਖੋ, ਜੇ ਕੋਈ ਕਿਤੇ ਵੀ ਕਿਸੇ ਵੀ ਟਾਈਪ ਦਾ ਇਸ ਆਰਡੀਨੈਂਸ ਦੇ ਅਗੇਂਸਟ ਵਿਰੋਧ ਕਰ ਰਿਹਾ, ਜਿਹੜੇ ਵਿਰੋਧ ਕਰ ਰਹੇ ਨੇ ਕਿਤੇ ਵੀ ਕਰ ਰਹੇ ਨੇ, ਸੋ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਚਾਹੇ ਉਹ ਕਿਸੇ ਵੀ ਜਗ੍ਹਾ ਤੇ ਨੇ, ਚਾਹੇ ਪੰਜਾਬ ਦੇ ਕਿਸੇ ਵੀ ਕੋਨੇ 'ਚ ਹੋ ਰਿਹਾ ਆ। ਪਰ ਇੱਕ ਗੱਲ ਜਿਹੜੀ ਹੈਗੀ ਆ ਕਿ ਜੇ ਅਸੀਂ ਸਾਰੇ ਜਿਹਨੇ ਸਾਨੂੰ ਸੋਸ਼ਲ ਮਤਲਬ ਸਮਾਜਿਕ ਕਾਰਕੁਨ ਹੋ ਗਏ, ਵਕੀਲ ਹੋ ਗਏ, ਆਪਣੇ ਸਮਾਜ ਸੇਵਕ ਹੋ ਗਏ, ਇਹ ਸਾਰੇ ਜਾਣੇ ਹੋ ਗਏ, ਸਿੰਗਰ ਹੋ ਗਏ, ਅਸੀਂ ਸਾਰੇ ਜਾਣੇ ਇੱਕ ਪਲੇਟਫਾਰਮ ਤੇ ਕਿਸਾਨੀ ਦੇ ਝੰਡੇ ਦੇ ਥੱਲੇ ਇਕੱਠੇ ਹੋ ਸਕਦੇ ਹਾਂ। ਤਾਂ ਇਹ ਜਿਹੜੀਆਂ 4-5 ਪਾਰਟੀਆਂ ਨੇ, ਇਹਨਾਂ ਨੂੰ ਕੀ ਦਿੱਕਤ ਆ ਇਕੱਠੇ ਹੋਣ ਦੇ ਵਿੱਚ? ਜੇ ਵਾਕਈ ਇਹ ਆਰਡੀਨੈਂਸ ਦਾ ਵਿਰੋਧ ਕਰਦੀਆਂ ਨੇ, ਇਹਨਾਂ ਨੂੰ ਆਪਣੀ ਸਿਆਸੀ ਰੋਟੀਆਂ ਤੱਕ ਕੋਈ ਮਤਲਬ ਨਹੀਂ ਹੈਗਾ। ਸੋ ਇਸ ਚੀਜ਼ ਦਾ ਦੁੱਖ ਜ਼ਰੂਰ ਆ ਕਿ ਸਾਨੂੰ ਇਸ ਟਾਈਮ ਸਾਰਿਆਂ ਨੂੰ, ਜਿਵੇਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ, ਠੀਕ ਹੈ, ਸਾਨੂੰ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਆ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਕਿਸਾਨ ਦਾ ਨਾਰਾ ਲਾਉਣਾ ਚਾਹੀਦਾ ਤੇ ਕਿਸਾਨੀ ਦੇ ਝੰਡੇ ਦੇ ਥੱਲੇ ਇਕੱਠੇ ਹੋਣਾ ਚਾਹੀਦਾ ਆ। ਇਸ ਟਾਈਮ ਆਪਦੀਆਂ ਨਿੱਜੀ ਪਾਰਟੀਆਂ, ਨਿੱਜੀ ਆਪਦੇ NGO, ਨਿੱਜੀ ਸਾਰੀਆਂ ਚੀਜ਼ਾਂ, ਆਪਣੇ ਨਿੱਜੀ ਹਿੱਤ ਸਭ ਕੁਝ ਪਿੱਛੇ ਛੱਡ ਕੇ ਸਾਨੂੰ ਅੱਗੇ ਆਉਣ ਦੀ ਲੋੜ ਆ। ਜੀ ਬਿਲਕੁਲ, ਕਿ ਪੰਜਾਬ ਦੀ ਜਿਹੜੀ ਉਹ ਪਹਿਚਾਣ ਆ ਉਹ 5 ਪਾਣੀਆਂ ਤੋਂ, 5 ਦਰਿਆਵਾਂ ਤੋਂ ਆ। ਦਰਿਆ ਆ ਤੇ ਜ਼ਮੀਨ ਆ। ਜ਼ਮੀਨ ਨੂੰ ਕਿਸਾਨ ਜਿਹੜਾ ਹੈ, ਜੱਟ ਆ, ਉਹ ਮਾਂ ਬਰਾਬਰ ਸਮਝਦਾ, ਮਾਂ ਕਹਿੰਦਾ ਵੀ ਆ। ਤਾਂ ਅੱਜ ਮਾਂ ਨੂੰ ਹੱਥ ਪਾਇਆ, ਦਿੱਲੀ ਦਰਬਾਰ ਨੇ ਪਾਇਆ। ਪਤਾ ਉਹਨਾਂ ਨੂੰ ਵੀ ਆ ਵੀ ਇਹਨਾਂ ਦਾ ਕਲਚਰ ਕੀ ਆ, ਇਹ ਬਖਸ਼ ਦੇਣਗੇ, ਇਹ ਪ੍ਰਵਾਨ ਨਹੀਂ ਕਰਦੇ, ਇਹ ਗੁਲਾਮੀ ਨਹੀਂ ਪਸੰਦ ਕਰਦੇ। ਪਰ ਤੁਹਾਨੂੰ ਕੀ ਲੱਗਦਾ, ਉਹ ਕਿਉਂ ਟੀਕਾ ਲਾ ਕੇ ਦੇਖਦੇ ਆ? ਇਹ ਪਸੰਦ ਪ੍ਰਵਾਨ ਥੋੜੀ ਕੀਤਾ ਕਿਸੇ ਨੇ। ਬੇਸ਼ੱਕ ਮੈਨੂੰ ਚੰਗੀ ਲੱਗੀ ਤੁਹਾਡੀ ਗੱਲ, ਬੇਸ਼ੱਕ ਕਿਸੇ ਵੀ ਸਿਆਸੀ ਪਾਰਟੀ ਅੱਜ ਵਿਰੋਧ ਕਰ ਰਹੀ ਆ, ਪਰ ਇੰਨਾ ਆ ਵੀ ਉਹ ਗਦਾਰੀ ਵਾਲਾ ਵਿਰੋਧ ਨਾ ਹੋਵੇ, ਵੀ ਇਕੱਲਾ ਉੱਤੇ ਨਾ ਹੋਵੇ, ਅੰਦਰੋਂ ਖਾਤੇ ਕਹੋ ਵੀ ਕੋਈ ਚੱਕਰ ਨਹੀਂ, ਨਾਲ ਆ, ਤਾਂ ਸਾਰੇ ਵਿਰੋਧ ਕਰਦੇ। ਤੁਹਾਨੂੰ ਕੀ ਲੱਗਦਾ, ਸੈਂਟਰ ਸਰਕਾਰ ਟੀਕਾ ਲਾ ਕੇ ਦੇਖਦੀ ਕਿਉਂ ਆ? ਕੀ ਚਾਹੁੰਦੀ ਹੈ? ਤੁਹਾਨੂੰ ਕੀ ਲੱਭਦਾ? ਦੇਖੋ, ਜੇ ਆਪਾਂ ਆਪਣਾ ਇਤਿਹਾਸ ਦੇਖੀਏ, ਜੋ ਸੱਚ ਇਹ ਆ ਕਿ ਦਿੱਲੀ ਸਾਡੀ ਸਦਾ ਹੀ ਦੁਸ਼ਮਣ ਰਹੀ ਆ, ਹਮੇਸ਼ਾ ਰਹੀ ਆ। ਪਰ ਗੱਦਾਰੀ ਕੀਤੀ ਸਾਡੇ ਲੀਡਰਾਂ ਨੇ, ਜਿਹੜੇ 47 ਦੇ ਵੇਲੇ ਜਾਂ ਜਦੋਂ ਵੀ, ਠੀਕ ਹੈ, ਗੱਦਾਰੀ ਉਹਨਾਂ ਨੇ ਕੀਤੀ, ਭੁਗਤ ਸਾਡੀਆਂ ਨਸਲਾਂ ਰਹੀਆਂ ਨੇ। ਉਹਨਾਂ ਦੀ ਕੋਸ਼ਿਸ਼ ਸੀਗੀ, ਜੇ ਆਪਾਂ ਇੱਕ ਡੀਪ ਜਾ ਕੇ ਦੇਖੀਏ, ਕਿ ਕਹਿੰਦੇ ਆ ਕਿ ਪੰਜਾਬੀਆਂ ਨੂੰ ਤਲਵਾਰਾਂ ਨਹੀਂ ਮਾਰ ਸਕੀਆਂ, ਠੀਕ ਆ, ਪੰਜਾਬੀਆਂ ਨੂੰ ਸਰਕਾਰਾਂ ਵੀ ਨਹੀਂ ਮਾਰ ਸਕੀਆਂ, ਪੰਜਾਬੀਆਂ ਨੂੰ ਨਸ਼ੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਸਾਡੀ ਨਸਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਜਦੋਂ ਲੋਕ ਜਾਗਰੂਕ ਹੋ ਗਏ, ਲੋਕ ਦੁਬਾਰਾ ਸਹੀ ਪਾਸੇ ਨੂੰ ਤੁਰ ਚੱਲੇ ਨੇ। ਬਹੁਤ ਨੌਜਵਾਨ ਆ ਜਿਹੜੇ ਹੁਣ ਨਸ਼ੇ ਵੱਲੋਂ ਹਟ ਕੇ ਮਾਂ ਬੋਲੀ ਦਾ ਮੁੱਦਾ ਚੱਕਿਆ ਹੋਇਆ ਆ, ਆਪਣੇ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਲੋਕ ਜਾਗਰੂਕ ਹੋਏ ਨੇ। ਤਾਂ ਹੁਣ ਉਹਨੇ ਸਾਡੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਖਤਮ ਕਰਨ ਦੀ ਜਿਹੜੀ ਹੈਗੀ ਆ ਕੋਝੀ ਚਾਲ ਆ, ਜਿਹੜੀ ਚੱਲੀ ਆ। ਤੇ ਉਹੀ ਗੱਲ ਆ ਕਿ ਉਹਨੇ ਕੋਝੀ ਚਾਲ ਚੱਲੀ ਆ, ਬੜੇ ਵਧੀਆ, ਕਹਿੰਦੇ ਹਰ ਵਾਰੀ ਕਰਦੀ ਆ ਜਿਹੜੀ ਮੋਦੀ ਸਰਕਾਰ, ਉਹ ਤਾਂ ਹਰ ਵਾਰੀ ਕੀ ਕਰਦੀ ਆ ਕਿ ਉਹਦੇ ਨਾਲ ਜਿਹੜੇ ਉਹਨਾਂ ਦੇ ਵਿੱਚ ਇੱਕ ਗੁਣ ਆ, ਉਹ ਜਿਹੜੇ ਕਾਨੂੰਨ ਆ ਨਾ, ਉਹਨੂੰ ਬੜਾ ਤੋੜ ਮਰੋੜ ਕੇ ਬੜੇ ਵਧੀਆ ਤਰੀਕੇ ਨਾਲ, ਇਸ ਤਰੀਕੇ ਨਾਲ ਪੇਸ਼ ਕਰਦੇ ਨੇ ਕਾਨੂੰਨ ਨੂੰ, ਐਂ ਲੱਗਦਾ ਵੀ ਉਹ ਸਹੀ ਆ। ਜਿਵੇਂ ਉਹਨਾਂ ਨੇ 370 ਖਤਮ ਕੀਤੀ ਸੀਗੀ, ਬੈਕਡੋਰ ਐਂਟਰੀ ਕੀਤੀ, ਜੋ ਜਾਇਜ਼ ਨਹੀਂ ਸੀਗਾ, ਜਦ ਕਿ ਪਲੇਬੀਸਾਈਡ ਹੋਣੀ ਚਾਹੀਦੀ ਸੀਗੀ। ਇੱਕ ਸੱਚ ਆ, ਕਸ਼ਮੀਰ ਵਾਜ਼ ਨੈਵਰ ਪਾਰਟ ਆਫ ਇੰਡੀਆ। ਕਸ਼ਮੀਰ ਇੱਕ ਆਜ਼ਾਦ ਮੁਲਕ ਆ, ਉਹ ਕਦੇ ਪੰਜਾਬ ਦਾ, ਭਾਰਤ ਦਾ ਜਾਂ ਕਿਸੇ ਪਾਕਿਸਤਾਨ ਦਾ ਹਿੱਸਾ ਨਹੀਂ ਸੀ। ਕਸ਼ਮੀਰ ਅਲੱਗ ਸੀ।
ਗੱਲ ਇਹ ਹੋਈ ਸੀ ਕਿ ਸਾਤੋਂ ਉਹਨਾਂ ਨੇ ਮਦਦ ਮੰਗੀ ਸੀ ਤੇ ਅਸੀਂ ਕਿਹਾ ਸੀ ਪਲੈਬੀਸਾਈਡ ਕਰਾਵਾਂਗੇ। ਜਿਹੜੀ ਆ ਇੰਨੀ ਦੇਰ ਤੋਂ 370 ਖਤਮ ਨਹੀਂ ਹੋਈ ਤਾਂ ਮੋਦੀ ਨੇ, ਕਿਉਂਕਿ ਪਾਵਰ 'ਚ ਆ ਗਏ ਨਾ, RSS ਦਾ ਗੁਣ ਆ ਕਿ ਉਹਨਾਂ 'ਚ ਏਕਤਾ ਬਹੁਤ ਆ। ਇੱਕ ਆ ਕਿ ਜੋ ਮੋਦੀ ਬੋਲਦਾ ਥੱਲੇ ਹਾਂਜੀ ਹਾਂਜੀ ਕਹਿੰਦੇ, ਕਿ ਮਦਾਰੀ ਬੋਲਦਾ ਪਿੱਛੇ ਹਾਂਜੀ ਹਾਂਜੀ ਹੁੰਦੇ, ਸਾਰੇ ਉਹਨੇ ਤਾਲੀਆਂ ਮਾਰਦੇ ਨੇ। ਉਹਨੇ ਉੱਥੇ ਕੀਤਾ, ਜਦੋਂ ਦੇਖਿਆ ਕਿ ਲੋਕਾਂ ਨੇ ਵਿਰੋਧ ਨਹੀਂ ਕੀਤਾ, ਥੋੜੇ ਜਿਹੇ ਪੰਜਾਬੀ ਆ, ਸਿੱਖ ਭਾਈਚਾਰੇ ਦੇ ਲੋਕ ਹੀ ਸੀਗੇ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਜੋ ਕਸ਼ਮੀਰ ਨਾਲ ਹੋਇਆ। ਹੁਣ ਜਦੋਂ ਕਸ਼ਮੀਰ ਦੇ ਵਿੱਚ ਪੰਜਾਬੀ ਖਤਮ ਕੀਤੀ, ਜੰਮੂ ਕਸ਼ਮੀਰ ਦੇ ਵਿੱਚ, ਉਦੋਂ ਵੀ ਪੰਜਾਬੀਆਂ ਨੇ ਵਿਰੋਧ ਕੀਤਾ। ਪਰ ਲੋਕ ਪੂਰੀ ਤਰ੍ਹਾਂ ਡਟ ਕੇ ਨਹੀਂ ਕਰਦੇ। ਆਪਣੇ ਲੋਕਾਂ ਦੀ ਨਾ ਇੱਕ ਆਦਤ ਬਣ ਗਈ ਆ, ਉਹ ਕਹਿੰਦੇ ਆ ਕਿ ਘਰ ਦੂਜੇ ਦੇ ਘਰੇ ਲੱਗਿਆ ਮੈਂ ਕੀ ਲੈਣਾ। ਆ ਜਿਹੜੀ ਮੈਨੂੰ ਕੀ ਸਾਨੂੰ ਕੀ ਦੀ ਆਈਡੀਓਲੋਜੀ ਆ, ਇਹ ਸਾਡੇ ਲਈ ਖਤਰਨਾਕ ਆ। ਇਹ ਸਾਨੂੰ ਖਰਾਬ ਕਰਦੀ ਆ। ਜਿੱਦਣ ਅਸੀਂ ਸੋਚਾਂਗੇ, ਜਿਵੇਂ ਅਸੀਂ ਅੱਜ ਇੱਥੇ ਇਹ ਸੋਚ ਕੇ ਆਏ ਆ ਕਿ ਮੈਂ ਕੋਈ ਵਕੀਲ ਨਹੀਂ ਗੀ, ਕਲਾਕਾਰਾਂ ਨੇ ਇਹ ਕਿਹਾ ਕਿ ਅਸੀਂ ਕਲਾਕਾਰ ਨਹੀਂ ਗੇ, ਅਸੀਂ ਕਿਸਾਨਾਂ ਦੇ ਨਾਲ ਚੱਲੇ ਆ, ਅਸੀਂ ਕਿਸਾਨ ਆ, ਠੀਕ ਆ। ਜਦੋਂ ਅਸੀਂ ਉਸ ਦਰਦ ਨੂੰ ਆਪਣਾ ਜਾਣ ਕੇ ਚੱਲਾਂਗੇ ਕਿ ਇਹਨੇ ਜਿਹੜੀ ਆ ਕਿ ਮੇਰੇ ਘਰ ਦੇ ਵਿੱਚ ਡਾਕਾ ਮਾਰਿਆ ਆ, ਉਦਣ ਅਸੀਂ ਸਫਲ ਹੋਵਾਂਗੇ। ਅਸੀਂ ਸਫਲ ਇਸੇ ਲਈ ਨਹੀਂ ਹੁੰਦੇ ਜੇ ਅਸੀਂ ਅੱਜ ਇਹਨਾਂ ਦੇ ਇਸ ਆਰਡੀਨੈਂਸ ਨੂੰ ਖਤਮ ਨਾ ਕਰ ਪਾਏ, ਕੱਲ੍ਹ ਨੂੰ ਸਾਡੇ ਤੇ ਯੂਨੀਫਾਰਮ ਸਿਵਲ ਕੋਡ ਵੀ ਲੱਗੂਗਾ, ਠੀਕ ਆ। ਸਾਡੇ ਉੱਤੇ ਹਿੰਦੂ ਜਿਹੜਾ ਅੱਧ ਰਾਸ਼ਟਰਵਾਦ ਹੈ ਸਾਡੇ ਤੇ ਥੋਪਿਆ ਜਾਊਗਾ, ਜਿਹੜੀ RSS ਦੀ ਆਈਡੀਓਲੋਜੀ ਆ ਉਹ ਸਾਡੇ ਤੇ ਥੋਪੀ ਜਾਊਗੀ। ਸੋ ਇਹ ਫੈਸਲਾ ਅਸੀਂ ਕਰਨਾ ਆ ਕਿ ਅਸੀਂ ਇਹ ਨਹੀਂ ਗਾ ਕਿ ਹਿੰਦੂ ਦਾ ਮਤਲਬ ਕਿ ਅਸੀਂ ਹਿੰਦੂ ਦੇ ਵਿਰੋਧੀ ਆ, ਨਾ, ਇਹ RSS ਦੀ ਆਈਡੀਓਲੋਜੀ ਦੇ ਵਿਰੋਧ ਆ। ਅਸੀਂ ਸਾਰੇ ਧਰਮਾਂ, ਦੇਖੋ ਕਿਸਾਨ ਹਰ ਧਰਮ ਜਾਤ ਵਰਗ ਦਾ ਇਨਸਾਨ ਆ, ਹਰ ਇੱਕ ਦੇ ਅੰਦਰ ਇੱਕ ਕਿਸਾਨ ਆ, ਠੀਕ ਆ। ਬਾਕੀ ਜੇ ਆਪਾਂ ਗੱਲ ਕਰੀਏ ਹਰੇਕ ਜਾਤ ਦੇ ਵਿੱਚ ਕਿਸਾਨ ਆ। ਹੁਣ ਇੱਕ ਨਵੀਂ ਇਹਨਾਂ ਨੇ ਚਲਾਈ RSS ਨੇ ਕਿ ਮਜ਼ਦੂਰਾਂ ਨੂੰ ਭੜਕਾਇਆ ਜਾ ਰਿਹਾ ਕਿ ਮਜ਼ਦੂਰੋ ਕਿਸਾਨਾਂ ਦਾ ਸਾਥ ਨਾ ਦਿਓ, ਤੇ ਸਾਡਾ ਨਾਰਾ ਹੈ ਕਿ ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ, ਠੀਕ ਹੈ ਨਾ। ਕਿਉਂਕਿ ਸਾਡੇ ਵਜੂਦ ਦੀ ਲੜਾਈ ਆ ਤੇ ਸਾਨੂੰ ਡਟ ਕੇ ਲੜਨੀ ਪਊਗੀ। ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਗਿੱਲ ਸਾਹਿਬ ਤੁਸੀਂ ਕਿਹਾ ਵੀ ਇੱਕ ਕਹਾਵਤ ਹੁੰਦੀ ਵੀ ਜੇ ਗਵਾਂਢੀਆਂ ਘਰੇ ਲੱਗੀ ਨੂੰ ਅੱਗ ਨੂੰ ਬਸੰਤਰ ਨਹੀਂ ਦੱਸੀਦਾ। ਕੁਝ ਲੋਕਾਂ ਦਾ ਇਹ ਸੁਭਾਅ ਬਣ ਗਿਆ, ਹਾਲਾਂਕਿ ਪੰਜਾਬੀਆਂ ਦਾ ਕਦੇ ਵੀ ਸੁਭਾਅ ਨਹੀਂ ਸੀ। ਦੁਸ਼ਮਣ ਦੇ ਘਰੇ ਵੀ ਅੱਗ ਲੱਗੀ ਨੂੰ ਪੰਜਾਬੀ ਭਜਾਉਂਦੇ ਸੀ। ਅੱਜ ਅਸੀਂ ਤਮਾਸ਼ਬੀਨ ਬਣ ਗਏ ਆ, ਸਾਰੇ ਨਹੀਂ ਬਣੇ। ਸਾਡੇ ਵਿੱਚ ਇੱਕ ਆਪਾਂ ਪਤਾ ਕੀ ਆ, ਆਪਣੀ ਇੱਕ ਹੋਰ ਮਾੜੀ ਆਦਤ ਆ ਸਾਰਿਆਂ ਦੀ। ਮਾੜੀ ਲੱਗੂਗੀ ਮੇਰੀ ਗੱਲ ਇੱਥੇ ਬੋਲਦੀ ਹੋਈ ਕਿ ਅਸੀਂ ਨਾ ਆਪਣੀਆਂ ਚੰਗੀਆਂ ਚੀਜ਼ਾਂ ਨੂੰ ਬੜਾ ਗਲੋਰੀਫਾਈ ਕਰਦੇ ਆ। ਗੱਦਾਰ ਵੀ ਸਾਡੇ ਵਿੱਚ ਹੀ ਹੋਏ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾ ਖਤਮ ਹੁੰਦਾ ਜੇ ਗੱਦਾਰ ਨਾ ਹੁੰਦੇ। ਇਹ ਗੱਦਾਰਾਂ ਕਰਕੇ ਹੀ ਹੋਇਆ। ਅਸੀਂ ਹਮੇਸ਼ਾ, ਅੱਜ ਸਾਡੇ ਖੂਨ 'ਚ ਨਾ ਗੱਦਾਰੀ ਜ਼ਿਆਦਾ ਵੱਧ ਗਈ ਆ। ਸਾਨੂੰ ਹੌਲੀ ਹੌਲੀ ਲਾਲਚ ਦਿੱਤੇ ਜਾ ਰਹੇ, ਉਹ ਲੋਲੀਪੌਪ ਦਿੱਤੇ ਜਾ ਰਹੇ ਕਿ ਅਸੀਂ ਆਪਣੇ ਨਾ ਨਿੱਜੀ ਹਿੱਤਾਂ ਨੂੰ ਪ੍ਰੈਫਰੈਂਸ ਦੇਣ ਲੱਗੇ ਆ। ਦੇਖੋ ਜਦੋਂ ਉਹਨਾਂ ਨੇ ਜੀਓ ਲਿਆਂਦਾ ਸੀ, ਸਾਰੇ ਜੀਓ ਤੇ ਹੋ ਗਏ, ਉਹਨੇ ਸਾਰਾ ਕੁਝ ਫੇਲ ਕਰਤਾ। ਗੱਲ ਤਾਂ ਮੋਦੀ ਨੇ ਅੰਬਾਨੀਆਂ ਅਡਾਨੀਆਂ ਦੀ ਜਿਹੜੀ ਇੰਡਸਟਰੀ ਆ, ਰਿਲਾਇੰਸ ਪੰਪ ਇੱਕਦਮ ਚੱਲ ਪਿਆ। ਸੋ ਇਹ ਗੱਲ ਵੀ ਅਸੀਂ ਕਹਿ ਰਹੇ ਸੀਗੇ ਕਿ ਜੇ ਆਪਾਂ ਆਹ ਚੀਜ਼ ਕਰਨੀ ਆ, ਹੈ ਨਾ, ਆਪਣੇ ਜਿਨ੍ਹਾਂ ਦੇ ਅੰਦਰ ਵੀ ਗੈਰਤ ਬਚੀ ਹੋਈ ਆ, ਪਹਿਲਾਂ ਤਾਂ ਦੂਜੇ ਨੂੰ, ਚਲੋ ਜੇ ਕੋਈ ਨਹੀਂ ਸਹੀ ਰਾਹ ਤੇ ਹੈਗਾ ਉਹਨੂੰ ਲੈ ਕੇ ਆਓ। ਸਾਡਾ ਪਹਿਲਾ ਮਕਸਦ ਇਹ ਹੋਣਾ ਚਾਹੀਦਾ ਕਿ ਜਿਹੜੀ ਵੀ ਸਾਡੀ ਨੌਜਵਾਨੀ ਜੇ ਕੁਰਾਹੇ ਪਈ ਆ, ਉਹਨੂੰ ਆਪਾਂ ਸਹੀ ਰਾਹ ਤੇ ਲੈ ਕੇ ਚੱਲੀਏ। ਮੈਂ ਨਾ ਹੁਣੀ ਕੁੜੀਆਂ ਨਾਲ ਹੀ ਗੱਲ ਕਰ ਰਹੀ ਸੀਗੀ, ਸਾਡੀਆਂ ਨਾਲ। ਮੈਂ ਕਿਹਾ ਕਿ ਜੇ ਇੱਥੇ ਕਲੱਬ ਹੁੰਦਾ, ਚੰਡੀਗੜ੍ਹ ਦੀਆਂ ਕੁੜੀਆਂ ਕਲੱਬਾਂ ਦੇ ਵਿੱਚ ਐ ਨੱਚਣ ਤੁਰ ਜਾਂਦੀਆਂ ਨੇ। ਸੌਰੀ ਮੇਰੀ ਗੱਲ ਬੁਰੀ ਵੀ ਲੱਗੂਗੀ, ਪਰ ਇੱਥੇ ਨਹੀਂ ਆਇਆ ਜਾਂਦਾ ਕੁੜੀਆਂ ਤੋਂ। ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਹੁੰਦੀਆਂ, ਕੁੜੀਆਂ ਅੱਗੇ ਹੋ ਕੇ ਚੱਲਦੀਆਂ ਨੇ। ਚਲੋ ਅਸੀਂ ਉਹ ਪਿਰਤ ਪਾਈ ਸੀ, ਫਿਰ ਕਨੂਪ੍ਰਿਆ ਉਹਨਾਂ ਨੇ ਚਲਾਈ। ਹੁਣ ਕੁੜੀਆਂ ਨੂੰ ਹੱਕ ਮਿਲੇ ਆ ਉੱਥੇ ਯੂਨੀਵਰਸਿਟੀ 'ਚ, ਕੁੜੀਆਂ ਦੀ ਲੀਡਰਸ਼ਿਪ ਆ। ਪਰ ਗੱਲ ਆ ਕਿ ਫੀਲਡ 'ਚ ਕਿਉਂ ਨਹੀਂ ਆਉਂਦੀਆਂ? ਕਿੰਨੀਆਂ ਕੁ ਕੁੜੀਆਂ ਨੇ? ਇਹਦਾ ਕਾਰਨ ਪਤਾ ਕੀ ਆ? ਜਿਹੜੀਆਂ ਕੁੜੀਆਂ ਫੀਲਡ 'ਚ ਆਉਂਦੀਆਂ ਨੇ ਉਹਨਾਂ ਨੂੰ ਚੰਗੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਅਸੀਂ ਵੀ ਹੁਣ ਇੱਥੇ ਫਿਰਦੇ ਆ ਨਾ, ਸਾਰਿਆਂ ਦੀ ਨਿਗਾਹ ਸਾਡੇ ਵੱਲ, ਕੁੜੀਆਂ ਵੱਲ, ਜਿਵੇਂ ਪਤਾ ਨਹੀਂ ਕੀ ਆ ਗਿਆ। ਤੁਹਾਡੇ ਘਰ 'ਚ ਵੀ ਧੀਆਂ ਭੈਣਾਂ ਨੇ, ਮੈਨੂੰ ਪਤਾ ਇੱਥੇ ਗੈਰਤਮੰਦ ਲੋਕ ਆਏ ਨੇ, ਚਾਹੇ ਉਹ ਹੈਰਾਨ ਹੋ ਕੇ ਦੇਖਦੇ ਆ ਵੀ ਸਿਰਫ ਇੰਨੀਆਂ ਕੁ ਕੁੜੀਆਂ, ਠੀਕ ਆ। ਪਰ ਗੱਲ ਆ ਕਿ ਉਹਨਾਂ ਦਾ ਇਦਾਂ ਦੇਖਣਾ ਕੁੜੀਆਂ ਨੂੰ ਕਿੰਨਾ ਔਕਵਰਡ ਫੀਲ ਕਰਾ ਸਕਦਾ ਆ। ਇਹ ਸੋਚਣ ਦੀ ਗੱਲ ਆ, ਠੀਕ ਆ। ਦੂਜੀ ਗੱਲ, ਇਹਨਾਂ ਨੂੰ ਜੇ ਆਪਾਂ ਵਾਕਈ ਆਪਾਂ ਇਕੱਠੇ ਆ ਨਾ ਇੱਕ ਝੰਡੇ ਦੇ ਥੱਲੇ, ਤੇ ਆਪਣੀਆਂ ਧੀਆਂ ਭੈਣਾਂ ਨੂੰ ਘਰਾਂ 'ਚੋਂ ਕੱਢ ਕੇ ਇੱਥੇ ਲਿਆਉਣਾ ਪਊਗਾ। ਬਿਲਕੁਲ। ਸੋ ਤੁਸੀਂ ਕੁੜੀਆਂ ਵੱਲ ਲੈ ਗਏ ਹੋ ਤਾਂ ਇੱਕ ਸੰਤ ਰਾਮ ਜੀ ਉਦਾਸੀ ਦਾ ਗੀਤ ਸੀ, ਜਦੋਂ ਦੇਸ਼ ਪੰਜਾਬ ਦੇ ਹੱਕਾਂ ਤੇ ਉਸ ਵਕਤ ਡਾਕਾ ਮਾਰਿਆ ਜਾ ਰਿਹਾ ਸੀ ਵੀ ਸਾਡੇ ਪਿੰਡ ਵਿੱਚ ਚੂੜੀਆਂ ਦਾ ਹੋਕਾ ਦਈ ਨਾ ਵੀਰਾ ਬਣ ਜਾ ਰਿਹਾ, ਸਾਡੇ ਪਿੰਡ 'ਚ ਤਾਂ ਸੌਣ 'ਚ ਵੀ ਸੋਕਾ ਦਈ ਨਾ ਵੀਰਾ ਬਣ ਜਾ ਰਿਹਾ। ਵੀ ਅੱਜ ਪੰਜਾਬ ਦੇ ਵਿੱਚ ਸੌਣ 'ਚ ਸੋਕਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੌਣ 'ਚ ਮੀਂਹ ਹੁੰਦਾ, ਕਿਸਾਨ ਦਾ ਚਿਹਰਾ ਖਿੜਦਾ, ਫਸਲ ਹੋਊਗੀ। ਤਾਂ ਮੀਂਹ ਤਾਂ ਪਊਗਾ ਪਰ ਫਸਲ ਨਹੀਂ ਹੋਊਗੀ, ਕਿਉਂਕਿ ਜੱਟ ਕੋਲ ਜ਼ਮੀਨ ਨਹੀਂ ਰਹੂਗੀ। ਜ਼ਮੀਨ ਜਿਹੜੀ ਆ ਉਹ ਅਬਾਨੀ ਅਦਾਨੀ ਦੇ ਫੈਕਟਰੀਆਂ ਲੱਗੀਆਂ ਹੋਣਗੀਆਂ। ਗੁੜ ਜਿਹੜਾ ਅੱਜ ਜੱਟ ਪਸ਼ੂਆਂ ਨੂੰ ਪਾਉਂਦਾ,
ਅੱਜ ਜਿਹੜੀ ਫਸਲ ਜੱਟ ਪਸ਼ੂਆਂ ਨੂੰ ਪਾਉਂਦਾ ਨਾ, ਜਿਹੜੀ ਸਰੋਂ ਆ, ਤਾਂ ਉਸ ਤੋਂ ਬਾਅਦ ਉਹ ਪੈਕਟਾਂ ਦੇ ਵਿੱਚ 100 ਗ੍ਰਾਮ ਜਿਹੜੀ ਆ ਉਹ 400 500 ਦੀ ਤੁਹਾਨੂੰ ਉਹ ਖਰੀਦਣੀ ਪਊਗੀ ਤੇ ਫਿਰ ਅੱਖਾਂ 'ਚ ਘਸੁੰਨ ਦੇ ਰਹੋਗੇ ਪੰਜਾਬ ਦੇ ਕਿਸਾਨ ਨੂੰ। ਇਹ ਗੱਲ ਵੱਡੀ ਹੈ। ਤਾਂ ਚੱਕੀ ਦਾ ਆਟਾ ਲੈਨੇ ਆਪਾਂ ਹਨਾ, ਕਿੰਨਾ ਸਸਤਾ ਹੁੰਦਾ। ਉਹ ਸਾਡੀ ਆ ਕਣਕ ਕਿਸ ਭਾਅ 'ਚ ਜਾਂਦੀ ਆ, ਜਦੋਂ ਉਹ ਆਸ਼ੀਰਵਾਦ ਜਾਂ ਹੋਰ ਦਾ ਆਟਾ ਬਣ ਕੇ ਆਂਦਾ ਉਦੋਂ ਕੀ ਬਣ ਜਾਂਦਾ, 35-40 ਰੁਪਏ। ਠੀਕ ਹੈ ਨਾ, ਉਹਦਾ ਮੁੱਲ ਇੱਕਦਮ ਵੱਧ ਜਾਂਦਾ ਆ। ਇਹੀ ਜੀ ਸਾਡੇ ਨਾਲ ਉਹਨਾਂ ਨੇ ਕਰਨੀਆਂ, ਸਾਡੀਆਂ ਫਸਲਾਂ ਨੂੰ ਸਸਤੇ ਭਾਅ ਲੈ ਕੇ ਮਹਿੰਗੇ ਮੁੱਲ 'ਚ ਸਾਨੂੰ ਹੀ ਵੇਚਣੀਆਂ ਨੇ, ਠੀਕ ਹੈ ਨਾ। ਉਹ ਸਾਡੇ ਵਜੂਦ ਦੇ ਉੱਤੇ, ਮੈਂ ਉਹੀ ਗੱਲ ਕਹੀ ਆ ਕਿ ਉਹਨਾਂ ਨੇ ਸਾਡੇ ਵਜੂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਆ। ਮੈਨੂੰ ਸੁਪਰੀਮ ਕੋਰਟ ਤੋਂ ਕੋਈ ਉਮੀਦ ਨਹੀਂ ਹੈਗੀ। ਕਾਨੂੰਨੀ ਲੜਾਈ ਲੜਾਂਗੇ, ਇਹ ਨਹੀਂਗਾ ਕਿ ਵਕੀਲ ਆ ਲੜਾਂਗੇ ਕਾਨੂੰਨੀ ਲੜਾਈ, ਸਾਰੇ ਵਕੀਲ ਨਾਲ ਨੇ, ਲੜਾਂਗੇ, ਪਰ ਸੁਪਰੀਮ ਕੋਰਟ ਤੋਂ ਸਾਨੂੰ ਕੋਈ ਉਮੀਦ ਨਹੀਂ। ਜਿਹੜੀ ਸੁਪਰੀਮ ਕੋਰਟ ਮੋਦੀ ਦੇ ਇਸ਼ਾਰਿਆਂ ਦੇ ਉੱਤੇ ਪ੍ਰਸ਼ਾਂਤ ਭੂਸ਼ਣ ਜੀ ਨੂੰ ਸਜ਼ਾ ਦੇ ਸਕਦੀ ਆ, ਉਹਨਾਂ ਦੇ ਸਿਰਫ ਇੱਕ ਸੱਚ ਬੋਲਣ ਦੇ ਉੱਤੇ, ਠੀਕ ਆ, ਉਹ ਸਾਨੂੰ ਇਨਸਾਫ ਕਿੱਥੇ ਦਊਗੀ। ਸੋ ਇੱਥੇ ਤਾਂ ਬਸ ਇਹੀ ਆ ਕਿ ਹੁਣ ਤਾਂ ਡੰਡਾ ਕਾਇਮ ਕਰ ਲਓ ਤੇ ਘਰਾਂ ਦੇ ਵਿੱਚੋਂ ਬੀਬੀਆਂ ਬਜ਼ੁਰਗ ਸਾਰਿਆਂ ਨੂੰ ਕੱਢੋ, ਹਿਜੜਾ ਭਾਈਚਾਰੇ ਨੂੰ ਵੀ ਨਾਲ ਲੈ ਕੇ ਚੱਲੋ, ਕਿਉਂਕਿ ਇਹ ਪੰਜਾਬੀਆਂ ਦੇ ਵਜੂਦ ਦੀ ਲੜਾਈ ਆ। ਜਦ ਤੱਕ ਅਸੀਂ ਇਹਨੂੰ ਕਿਸਾਨੀ ਨਾਲ ਕੱਲੀ ਨਾਲ ਜੋੜਾਂਗੇ ਉਦੋਂ ਤੱਕ ਗਲਤ ਆ। ਇਹ ਸਾਡੇ ਵਜੂਦ ਦੀ ਲੜਾਈ ਆ ਤੇ ਸਾਨੂੰ ਲੜਨੀ ਪਊਗੀ। ਬਿਲਕੁਲ ਤੁਸੀਂ ਕਿਹਾ ਵੀ ਵਜੂਦ ਦੀ ਲੜਾਈ ਆ। ਸਿੱਧੀ ਜਿਹੜੀ ਚਪੇੜ ਆ ਉਹ ਕਿਸਾਨ ਦੇ ਪੈ ਰਹੀ ਹੈ, ਜਿਹੜਾ ਸਿੱਧਾ ਡਾਕਾ ਵੱਜ ਰਿਹਾ ਉਹ ਖੇਤੀ ਦੇ ਵੱਜ ਰਿਹਾ ਨਾ, ਪਰ ਉਹਦੇ ਨਾਲ ਵੇਖੋ ਕੀ ਕੁਝ ਜੁੜਿਆ। ਖੇਤੀ ਦੇ ਵਾਸਤੇ ਸਭ ਤੋਂ ਪਹਿਲਾਂ ਕੀ ਹੁੰਦਾ, ਜ਼ਮੀਨ ਵਾਹੀ ਜਾਂਦੀ ਹੈ, ਟਰੈਕਟਰ ਕਿੱਥੋਂ ਆਉਂਦਾ, ਬਾਜ਼ਾਰ ਚੋਂ ਆਉਂਦਾ, ਤੇਲ ਆਉਂਦਾ ਬਾਜ਼ਾਰ ਚੋਂ, ਫਿਰ ਉਹਦੀ ਸਰਵਿਸ ਹੁੰਦੀ ਹੈ, ਮਿਸਤਰੀ ਸਿੰਘ ਕਰਦੇ ਆ, ਤਾਂ ਉਸ ਤੋਂ ਬਾਅਦ ਫਿਰ ਜਿਹੜਾ ਬੀਜ ਆਉਂਦਾ ਕਿੱਥੋਂ ਆਉਂਦਾ, ਆੜਤੀਏ ਉਹ ਬਾਣੀਏ ਹੁੰਦੇ ਆ ਜਿਹੜੇ ਲਾਲੇ ਆ ਉਹ ਆ। ਤਾਂ ਫਿਰ ਜਦੋਂ ਜੱਟ ਪੈਲੀ ਵੇਚ ਕੇ ਪੈਸੇ ਕਮਾਉਂਦਾ, ਵਿਆਹਾਂ ਤੇ ਖਰਚਾ ਕਰਦਾ, ਸਿੰਗਰਾਂ ਨੂੰ ਸੱਦਦਾ, ਪੈਲਸਾਂ ਵਾਲਿਆਂ ਨੂੰ ਦਿੰਦਾ, ਸੋਨਾ ਖਰੀਦਦਾ, ਕੱਪੜਾ ਖਰੀਦਦਾ, ਸਾਰੀਆਂ ਹੱਟੀਆਂ ਜਿਹੜੀਆਂ ਕਿਸਾਨ ਨਾਲ ਜੁੜੀਆਂ ਹੋਈਆਂ। ਪਰ ਅੱਜ ਰੋ ਇਕੱਲਾ ਕਿਸਾਨ ਰਿਹਾ। ਉਹੀ ਗੱਲ ਤੁਹਾਨੂੰ ਕੀ ਲੱਗਦਾ ਬਾਕੀ ਦੇ ਕਿਉਂ ਨਹੀਂ ਜਾਗਦੇ? ਸਭ ਤੋਂ ਵੱਧ ਪੈਸਾ ਬਰਬਾਦ ਜੇ ਕਰਦਾ, ਮੈਂ ਸਿੱਧੇ ਸ਼ਬਦਾਂ 'ਚ ਕਹਾਂ ਤਾਂ ਕਿਸਾਨ ਕਰਦਾ। ਅੱਜ ਉਹਨਾਂ ਨੂੰ ਅਹਿਸਾਸ ਨਹੀਂ ਹੋ ਰਿਹਾ, ਉਹਨਾਂ ਨੂੰ ਕਿਉਂ ਨਹੀਂ ਨਾਲ ਤੁਰਨਾ ਚਾਹੀਦਾ? ਪਤਾ ਚੱਕਰ ਕੀ ਹੈ, ਇਹੋ ਜਿਹੀ ਗੱਲ ਨਹੀਂ ਗੀ ਕਿ ਇਕੱਲੇ ਇੱਥੇ ਕਿਸਾਨ ਆਏ ਨੇ। ਮੈਂ ਬਹੁਤ ਲੋਕਾਂ ਨੂੰ ਮਿਲੀ ਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਆ ਗਏ, ਕੈਮਿਸਟ ਤੱਕ ਦੁਕਾਨਾਂ ਬੰਦ ਕਰਕੇ ਆਏ ਨੇ। ਬਹੁਤ ਵਧੀਆ, ਠੀਕ ਆ। ਸੋ ਉਹਨਾਂ ਲੋਕਾਂ ਨੂੰ ਐਪਰੀਸ਼ੀਏਟ ਕਰਦੇ ਆ। ਗੱਲ ਆ ਕਿ ਥੋੜਾ ਜਿਹਾ ਉਹਨਾਂ ਨੂੰ ਮੋਬਿਲਾਈਜ਼ ਕਰਨ ਦੀ ਲੋੜ ਆ, ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਆ। ਸਾਰੇ ਇਕੱਠੇ ਆ, ਉਹਨਾਂ ਨੂੰ ਇਹ ਦੱਸਣ ਦੀ ਲੋੜ ਆ ਕਿ ਕਿਸਾਨਾਂ ਦੀ ਨਹੀਂ, ਇਹ ਸਾਡੇ ਵਜੂਦ ਦੀ ਲੜਾਈ ਆ। ਜਦੋਂ ਆਪਾਂ ਇਹ ਚੀਜ਼ ਸਮਝਾਉਣ ਦੇ ਵਿੱਚ ਕਾਮਯਾਬ ਹੋ ਗਏ ਤਾਂ ਮੈਂ ਕਹਿੰਦਾ ਘਰ ਦੇ ਵਿੱਚੋਂ ਆ ਨਾ ਜਿਹੜੀ ਲਹਿਰ ਉੱਠੂਗੀ। ਤੇ ਜਦੋਂ ਘਰ ਚੋਂ ਲਹਿਰ ਉੱਠਦੀ ਆ, ਆਪਾਂ ਤਾਂ ਅੰਗਰੇਜ਼ ਭਜਾਤੇ ਸੀ, ਫਿਰ ਮੋਦੀ ਕੀ ਆ? ਬਿਲਕੁਲ ਅੰਗਰੇਜ਼ ਭਜਾਤੇ ਸੀ। ਇਤਿਹਾਸ ਜਿਹੜਾ ਉਹ ਦੱਸਦਾ ਵੀ ਦੇਸ਼ ਪੰਜਾਬ ਦੀ ਹੋਂਦ ਆ ਜਿਹੜੀ ਉਹ ਇਸ ਭਾਰਤ ਨਾਲੋਂ ਕਈ ਗੁਣਾ ਉੱਤੇ ਆ। ਦੇਸ਼ ਪੰਜਾਬ ਦੀ ਹੋਂਦ ਜਿਹੜੀ ਆ ਇਸ ਭਾਰਤ ਨਾਲੋਂ ਕਈ ਗੁਣਾ ਉੱਤੇ ਆ। ਇਹ 100 ਸਾਲ ਗੁਲਾਮੀ ਭੋਗਣ ਵਾਲੇ, 1000 ਸਾਲ ਗੁਲਾਮੀ ਭੋਗਣ ਵਾਲੀ ਕੌਮ ਜਿਹੜੀ ਆ ਉਹ ਅੱਜ ਸੱਤਾ ਤੇ ਆਈ ਆ। ਅੱਜ ਉਹ ਬਾਕੀ ਕੌਮਾਂ ਨੂੰ ਕੌਮਾਂ ਨਹੀਂ ਸਮਝਦੀ। ਅੱਜ ਉਹ ਬਾਕੀ ਜਿਹੜੇ ਆ ਖਿੱਤੇ ਆ, ਬਾਕੀ ਲੋਕ ਆ ਧਰਮਾਂ ਦੇ, ਉਹਨਾਂ ਨੂੰ ਦਬਾਉਣਾ ਚਾਹੁੰਦੀ। ਪਰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ, ਜਿਹੜਾ ਇਤਿਹਾਸਕ ਪੱਖ ਆ ਉਹ ਪਿੱਛੇ ਜ਼ਰੂਰ ਨਿਗਾਹ ਮਾਰ ਲੈਣੀ ਚਾਹੀਦੀ ਆ। ਅਸੀਂ ਮਿਹਣਾ ਨਹੀਂ ਦਿੰਦੇ ਹੁੰਦੇ, ਬਸ ਇਤਿਹਾਸ ਦਾ ਉਹ ਪੱਖ ਯਾਦ ਕਰਾਉਣੇ ਹੁੰਦੇ ਆ ਵੀ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਵਿਕਦੀਆਂ ਇੱਜ਼ਤਾਂ ਨੂੰ ਸਿੱਖਾਂ ਨੇ ਸਿਰਾਂ ਦੇ ਮੁੱਲ ਦੇ ਕੇ ਉਹ ਵਾਪਸ ਕਰਾਇਆ। ਤਾਂ ਕਿਉਂ ਅੱਜ ਉਹ ਇਤਿਹਾਸ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ, ਗਦਾਰੀਆਂ ਹੋਈਆਂ ਤਾਂ ਕੀਤਾ ਜਾ ਰਿਹਾ। ਤਾਂ ਪੰਜਾਬ ਦੀ ਏਡੀ ਵੱਡੀ ਹੋਂਦ ਆ। ਹੋਂਦ ਪੰਜਾਬ ਦੀ ਇਹ ਆ ਵੀ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ, ਉੱਥੇ ਬਾਕੀ ਧਰਮਾਂ ਕੌਮਾਂ ਦੇ ਲੋਕ ਵੀ ਸ਼ਹੀਦ ਹੁੰਦੇ ਆ, ਪਰ ਬਦਲਾ ਲੈਂਦਾ ਤਾਂ ਊਧਮ ਸਿੰਘ, ਕਿਉਂਕਿ ਸਾਡੇ 'ਚ ਕੋਈ ਗੱਲਬਾਤ ਹੈਗੀ ਆ ਵੱਖਰੀ ਜੀ। ਉਸ ਗੱਲਬਾਤ ਨੂੰ ਵੀ ਹਾਲਾਂਕਿ ਝਠਲਾਉਣ ਦੇ ਵਾਸਤੇ, ਸਾਡੀ ਉਹ ਪੋਜ਼ਿਟਿਵਿਟੀ ਨੂੰ, ਸਾਡੇ ਭਰੋਸੇ ਨੂੰ ਝਠਲਾਉਣ ਦੇ ਵਾਸਤੇ, ਜਿਹੜਾ ਸੁੱਟਣ ਦੇ ਵਾਸਤੇ ਸਰਕਾਰੀ ਸਾਧਾਂ ਦੀ ਸਪੋਰਟ ਲਈ ਜਾ ਰਹੀ ਆ, ਤੁਹਾਨੂੰ ਵੀ ਪਤਾ। ਪਰ ਕਿਉਂ ਚਾਹੁੰਦਾ ਮੋਦੀ ਜਾਂ ਭਾਰਤੀ ਸਲਤਨਤ ਅੱਜ ਵੀ ਕਿਉਂ ਜੀ? ਇਹਦੀ ਬਹੁਤ ਵੱਡੀ ਪ੍ਰੋਬਲਮ ਪਤਾ ਕੀ ਆ? ਸਾਡੇ ਨਾ ਧਾਰਮਿਕ ਆਗੂ ਅਖੌਤੀ ਨੇ ਜੀ। ਜੇ ਆਪਾਂ ਗੱਲ ਇਸੇ ਚੀਜ਼ ਦੀ ਕਰੀਏ, ਜੇ ਆਪਾਂ ਸਿੱਖ ਰਾਜ ਦੀ ਜਾਂ ਉਹਨਾਂ ਦੀ ਗੱਲ ਕਰੀਏ, ਜਿਨ੍ਹਾਂ ਚੀਜ਼ਾਂ ਤੋਂ ਆਪਾਂ ਜਿਹੜੀ ਮਿੱਟੀ ਚੋਂ ਆਪਾਂ ਆਏ ਆ, ਉਹਦਾ ਇੱਕੋ ਇੱਕ ਕਾਰਨ ਸਭ ਤੋਂ ਵੱਡਾ ਇਹ ਆ ਕਿ ਜਿਹੜੇ ਇਹ ਹੈਗੇ ਨੇ ਨਾ ਸਾਡੇ ਲੋਕ, ਇਹ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਨੂੰ ਅਪਣਾਉਂਦੇ ਨੇ। ਤੇ ਦੂਜੀ ਗੱਲ ਆ ਕਿ ਸਾਡੇ ਜਿਹੜੇ ਲੀਡਰ ਨੇ ਉਹ ਅਖੌਤੀ ਨੇ। ਧਰਮ ਦਾ ਝੰਡਾ ਚੱਕਣ ਵਾਲੇ ਜਿਹੜੇ ਲੋਕ ਨੇ ਉਹ ਹੋਰ ਹੁੰਦੇ ਨੇ, ਤੇ ਜਿਹੜੀ ਮਰਦੇ ਨੇ ਉਹ ਹੋਰ ਹੁੰਦੇ ਨੇ। ਮਰਦਾ ਆਮ ਇਨਸਾਨ ਆ ਤੇ ਧਰਮ ਦਾ ਫਾਇਦਾ ਲੈਂਦੇ ਨੇ ਉਹ ਲੋਕ। ਤੇ ਜਿੱਦਣ ਅਸੀਂ ਉਸ ਸੱਚ ਨੂੰ ਸਮਝ ਜਾਾਂਗੇ, ਜਿੱਦਣ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਸਮਝ ਲਾਂਗੇ, ਤੇ ਉਹ ਅਖੌਤੀ ਜਿਹੜੇ ਧਰਮ ਦੇ ਲੀਡਰ ਨੇ ਨਾ, ਇਹਨਾਂ ਨੂੰ ਅਸੀਂ ਅੱਖੋਂ ਭਰੋਖੇ ਕਰ ਦਾਂਗੇ, ਉਦਣ ਅਸੀਂ ਜਿੱਤਾਂਗੇ। ਬਿਲਕੁਲ ਅਖੌਤੀ ਸੱਚ ਨੂੰ ਸਮਝ ਜਾਾਂਗੇ। ਇੱਥੇ ਇੱਕ ਯਾਦ ਆ ਗਿਆ, ਜਿੱਦਾਂ ਗਿੱਲ ਸਾਹਿਬ ਨੇ ਕਿਹਾ ਵੀ ਤਿਰੰਗਾ ਚੁੱਕਣ ਵਾਲੇ ਜਿਹੜੇ ਆ ਦੇ ਮਤਲਬ ਜੈ ਹਿੰਦ, ਬਹੁਤਾ ਸੰਘ ਪਾੜਨ ਵਾਲੇ ਆ, ਏਡੇ ਤਿਲਕ ਲਾਉਣ ਵਾਲੇ, ਉਹ ਹੋ ਰਿਹਾ। ਕਿਸੇ MP, ਕਿਸੇ MLA, ਕਿਸੇ ਵੀ ਲੀਡਰ ਦਾ ਮੁੰਡਾ ਅੱਜ ਤੱਕ ਸਰਹੱਦ ਤੇ ਸ਼ਹੀਦ ਹੋਇਆ ਹੋਵੇ ਤਾਂ ਦੱਸ ਸਕਦਾ? ਨਹੀਂ ਹੋਇਆ। ਪਰ ਜਦੋਂ ਪਰਚੇ ਕਿੰਨੇ ਕਦੇ ਹੋਏ ਆ? ਬਿਲਕੁਲ
ਝੂਠੇ ਪਰਚੇ ਉਹਨਾਂ ਦੇ ਹੁੰਦੇ ਆ ਜਿਹੜੇ ਹੱਕ ਦੀ ਗੱਲ ਕਰਦੇ ਆ। ਜੇਲ੍ਹਾਂ 'ਚ ਕੌਣ ਜਾਂਦੇ ਨੇ? ਉਹ ਜਾਂਦੇ ਨੇ ਜਿਹੜੇ ਹੱਕ ਦੀ ਗੱਲ ਕਰਦੇ ਨੇ। ਬਿਲਕੁਲ ਉਹੀ ਗੱਲ ਆ, ਜਦੋਂ ਸਿੱਖ ਰੈਜੀਮੈਂਟ ਨੂੰ ਚੀਨ ਦੇ ਬਾਰਡਰ ਤੇ ਭੇਜਣਾ ਉਦੋਂ ਕੇਸਰੀ ਝੰਡਾ ਲਾ ਕੇ ਭੇਜਿਆ ਜਾਂਦਾ, ਹਾਂਜੀ ਸਿੱਖ ਰੈਜੀਮੈਂਟ ਚੱਲੀ ਆ ਜਿੰਦਾਬਾਦ ਜਕਾਰੇ ਛੱਡਦੇ ਜਾਓ। ਪਰ ਜਦੋਂ ਉਹੀ ਝੰਡਾ ਕਿਸੇ ਬਿਲਡਿੰਗ ਤੇ ਜਾਂ ਕਿਸੇ ਦੇ ਵਹੀਕਲ ਤੇ ਲੱਗਦਾ ਤੇ ਉਹ ਅੱਤਵਾਦੀ ਆ। ਲੜਨ ਵਾਸਤੇ ਜੇ ਸਭ ਤੋਂ ਵੱਧ ਪੰਜਾਬ ਦੀ ਫੌਜ ਲੜਦੀ ਆ ਬਾਰਡਰ ਦੇ ਉੱਤੇ, ਅੰਕੜੇ ਚੁੱਕ ਲਓ, ਚਲੋ ਇੱਥੇ ਮਰਾਠਾ ਫੌਜ ਵੀ ਆ, ਗੁਜਰਾਤੀ ਵੀ ਆ, ਦੂਜੇ ਚੀਨੀ ਵੀ ਆ, ਸਾਰੇ ਹੀ ਆ ਜਿਹੜੇ ਨੇਪਾਲੀ। ਪਰ ਜੇ ਸ਼ਹੀਦੀਆਂ ਦਿੰਦੇ ਆ ਤਾਂ ਉਹ ਪੰਜਾਬੀ ਦਿੰਦੇ ਆ, ਸਿੱਖ ਰੈਜੀਮੈਂਟ ਦਿੰਦੀ ਆ। ਇੱਥੇ ਕਿੱਡਾ ਵੱਡਾ ਧੱਕਾ, ਇਹ ਸਾਡੇ ਮਨ ਚੋਂ ਇਹ ਜਿਹੜਾ ਜਿਹਦੇ ਖੋਤੇ ਦੇ ਐਨਕਾਂ ਲੱਗੀਆਂ ਕਦੋਂ ਲੈਣਗੀਆਂ? ਤੁਸੀਂ ਬਾਲੀ ਦੂਰ ਜਾਣ ਦੀ ਲੋੜ ਨਹੀਂਗੀ, ਤੁਹਾਡਾ ਚੈਨਲ ਬੰਦ ਕਰਤਾ ਸੀ ਇਹਨਾਂ ਨੇ। ਬਿਲਕੁਲ ਬਿਲਕੁਲ ਠੀਕ ਆ ਨਾ, ਬਿਲਕੁਲ ਤੁਹਾਡਾ ਚੈਨਲ ਬੰਦ ਕਰਤਾ। ਇਹ ਯੂਪੀਏ ਇਹਦੇ ਆਧਾਰ ਦੇ ਉੱਤੇ ਕਿੰਨੇ ਲੋਕਾਂ ਨੂੰ ਟੈਰਰਿਸਟ ਕਹਿ ਕੇ, ਦੇਸ਼ ਧਰੋਹੀ ਕਹਿ ਕੇ ਚੱਕੀ ਜਾਂਦੇ ਆ। ਜਿਨ੍ਹਾਂ ਤੇ ਦੇਸ਼ ਧਰੋਹ ਵਾਲਾ ਦੂਜੇ ਪਾਸੇ ਨਹੀਂ ਬਣਦਾ ਉਹਨਾਂ ਨੂੰ SC ST ਦੇ ਵਿੱਚ ਜਿਹੜੀਆਂ ਮੈਂ ਸਹੀ ਆ ਉਹਨਾਂ 'ਚ ਪਾਈ ਜਾਂਦੇ ਆ। ਜਿਨ੍ਹਾਂ ਦਾ ਉੱਥੇ ਵੀ ਨਹੀਂ ਬਣਦਾ ਹੈਗਾ ਉਹਨਾਂ ਨੂੰ NDPS ਦੇ ਵਿੱਚ ਚੱਕੀ ਜਾਂਦੇ ਆ। ਠੀਕ ਆ ਨਾ, ਇਹ ਜਿਹੜਾ ਸਿਸਟਮ ਆ ਨਾ ਬਹੁਤ ਗੰਦਲਾ ਹੋਇਆ। ਇਹ ਸਾਨੂੰ ਇਹ ਜਿਹੜਾ ਸੱਚ ਆ ਨਾ ਉਹਨੂੰ ਡਟ ਕੇ ਸਮਝਣਾ ਪਊਗਾ। ਜਦ ਤੱਕ ਅਸੀਂ ਉਸ ਚੀਜ਼ ਦਾ ਚੰਗੀ ਤਰ੍ਹਾਂ ਪ੍ਰਚਾਰ ਨਹੀਂ ਕਰਾਂਗੇ ਫਿਰ ਉਹੀ ਚੀਜ਼ਾਂ ਹੁੰਦੀਆਂ ਰਹਿਣਗੀਆਂ ਜਿਹੜੀਆਂ ਚੀਜ਼ਾਂ ਤੁਸੀਂ ਕਹਿ ਰਹੇ ਹੋ। ਸੋ ਆਵਾਜ਼ਾਂ ਜਿਹੜੀਆਂ ਨੇ ਨਾ, ਜਦੋਂ ਵੀ ਕੋਈ ਸੱਚ ਹੱਕ ਦੀ ਗੱਲ ਕਰਦਾ ਆ, ਜਦੋਂ ਬੇਬਾਕ ਹੋ ਕੇ ਸੱਚੀ ਗੱਲ ਕਰਦਾ ਆ, ਉਸ ਆਵਾਜ਼ ਨੂੰ ਦੱਬਿਆ ਜਾਂਦਾ ਆ, ਉਹਨੂੰ ਕਦੇ ਦੇਸ਼ ਧਰੋਹੀ ਕਿਹਾ ਜਾਂਦਾ ਆ। ਜਦੋਂ ਅਸੀਂ ਕਸ਼ਮੀਰ ਦੀ ਗੱਲ ਕੀਤੀ, ਕਸ਼ਮੀਰ ਦੀਆਂ ਧੀਆਂ ਦੀ ਗੱਲ ਕੀਤੀ, ਸਾਨੂੰ ਖਾੜਕੂ ਕਹਿ ਦਿੱਤਾ ਗਿਆ। ਠੀਕ ਆ, ਜੇ ਇੱਕ ਹੋਰ ਨਵੀਂ ਚੀਜ਼ ਚੱਲੀ ਆ, ਜਦੋਂ ਮੈਂ ਕਿਹਾ ਕਿ ਜਿਹੜੇ ਅਖੌਤੀ ਖਾਲਿਸਤਾਨ ਦੇ ਲੀਡਰ ਬਣੇ ਹੋਏ ਆ, ਇਹਨਾਂ ਦੇ ਇਹੋ ਜਿਹੇ ਖਾਲਿਸਤਾਨ ਦਾ, ਕਿਉਂਕਿ ਮੈਂ ਇੱਕ ਖਾੜਕੂ ਦੀ ਧੀ ਆ, ਮੈਨੂੰ ਪਤਾ ਸਾਡੇ ਬਜ਼ੁਰਗਾਂ ਦੀ ਕੀ ਕੁਰਬਾਨੀ ਸੀ, ਅਸੀਂ ਉਹ ਪਿੰਡੇ ਤੇ ਹੰਡਾਏ ਹੋਏ ਨੇ। ਇਹ ਅਖੌਤੀ ਖਾਲਿਸਤਾਨੀ ਦੇ ਖਿਲਾਫ ਜਦੋਂ ਬੋਲਿਆ ਉਦੋਂ ਉਹਨਾਂ ਨੇ ਕਹਿਤਾ ਇਹ ਗੱਦਾਰ ਆ। ਉਹ ਸਾਨੂੰ ਕਿਸੇ ਪਾਸੇ ਜੋਗੇ ਨਹੀਂ ਛੱਡਦੇ ਹੈਗੇ। ਕਿਉਂਕਿ ਅਸੀਂ ਸੱਚੀ ਗੱਲ ਕਰਦੇ ਆ, ਤੇ ਜਦੋਂ ਹੱਕ ਸੱਚ ਦੀ ਗੱਲ ਕਰਦੇ ਆ ਤਾਂ ਸਾਡੀਆਂ ਜਵਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਹੁੰਦੀ ਆ। ਤੇ ਜਦੋਂ ਖਾਸ ਕਰਕੇ ਕੁੜੀ ਬੋਲਦੀ ਆ ਉਹਨੂੰ ਮਤਲਬ ਜਾਂ ਤਾਂ ਉਹਦੇ ਪਰਿਵਾਰ ਨੂੰ ਡਰਾਉਣ ਦੇ ਤਰੀਕੇ। ਖੈਰ ਇਸ ਮਾਮਲੇ 'ਚ ਮੈਂ ਚੰਗੀ ਆ ਕਿ ਮੇਰਾ ਪਰਿਵਾਰ ਆਪਣਾ ਹੀ ਇਹੋ ਜਿਹਾ ਆ। ਠੀਕ ਆ, ਮੇਰੀਆਂ ਜੜ੍ਹਾਂ ਇਹੋ ਜਿਹੀਆਂ ਨੇ ਕਿ ਮੇਰੇ ਪਰਿਵਾਰ ਨੂੰ ਡਰਾਉਣ ਵਾਲੇ ਹੈ ਨਹੀਂਗੇ। ਫਿਰ ਜੇ ਕੁੜੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰਦੀਆਂ, ਜਿਵੇਂ ਪਹਿਲਾਂ ਸੀਗਾ ਜਦੋਂ ਮੇਰੇ ਤੇ ਪਰਚਾ ਹੋਇਆ, ਮੇਰੇ ਨਾਲ ਦੀਆਂ ਕੁੜੀਆਂ ਡਰਾ ਦਿੱਤੀਆਂ ਗਈਆਂ। ਕੁਝ ਹੈਗੇ ਆ ਜਿਹੜੇ ਡਟੇ ਆ, ਬਹੁਤ ਕੁੜੀਆਂ ਨੇ ਜਿਹੜੀਆਂ ਡਰ ਗਈਆਂ, ਮੁੰਡੇ ਵੀ ਡਰ ਗਏ ਵੀ ਇਹਦੇ ਤੇ ਪਰਚਾ ਪੈ ਗਿਆ, ਪਤਾ ਨਹੀਂ ਸਾਡਾ ਵੀ ਹੁਣ ਕੀ ਹਾਲ ਹੋਊਗਾ। ਸੋ ਨਾਲ ਦੇ ਲੋਕ ਡਰਾ ਦਿੱਤੇ ਜਾਂਦੇ ਆ। ਉਹ ਆਵਾਜ਼ਾਂ ਨੂੰ ਨਾ ਕੁਚਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਹਿਣ ਨੂੰ ਸਾਡੇ ਕੋਲ ਫੰਡਾਮੈਂਟਲ ਰਾਈਟ ਆ, ਪਰ ਜਦੋਂ ਅਸੀਂ ਆਪਣਾ ਬੋਲਣ ਦਾ ਅਧਿਕਾਰ ਵਰਤਦੇ ਆ ਉਦੋਂ ਸਾਨੂੰ ਇਹੋ ਜਿਹੀਆਂ ਚੀਜ਼ਾਂ ਕਰਕੇ ਸਾਨੂੰ ਕੁਚਲਣ ਦੀ ਕੋਸ਼ਿਸ਼ ਹੁੰਦੀ ਆ। ਪਰ ਸਾਨੂੰ ਡਟੇ ਰਹਿਣਾ ਚਾਹੀਦਾ। ਠੀਕ ਹੈ ਨਾ, ਗੱਲ ਡਟਣ ਦੀ ਆ। ਗੱਲ ਆ ਕਿ ਜਦ ਹੁਣ ਜਿੱਦ ਫਾੜੀ ਲਈ ਆ, ਦੇਖੋ ਬਾਈ ਹੁਣੇ ਵੀ ਉੱਥੇ ਕਹਿ ਰਹੇ ਸੀਗੇ ਮਰਨਾ ਤਾਂ ਹੈਗਾ ਹੀ ਆ, ਫਿਰ ਕਿਉਂ ਨਾ ਅਣਖ ਨਾਲ ਮਰੀਏ। ਮੈਂ ਗੱਲਾਂ ਨਹੀਂ ਕਰ ਰਹੀ ਹੈਗੀ, ਇਹ ਮੈਂ ਦਿਲੋਂ ਬੋਲ ਰਹੀ ਆ। ਜੇ ਮੈਂ ਸੱਚੀ ਕਹਿ ਰਹੀ ਆ, ਜੇ ਮੈਨੂੰ ਮਰਨਾ ਪਊਗਾ ਮੈਂ ਮਰਨ ਨੂੰ ਤਿਆਰ ਆ। ਮੇਰੇ ਪਿਓ ਦਾਦਿਆਂ ਨੇ ਵੀ ਕੁਰਬਾਨੀਆਂ ਦਿੱਤੀਆਂ ਸੀਗੀਆਂ, ਆਪਾਂ ਤਾਂ ਤਿਆਰ ਆ। ਠੀਕ ਆ, ਬਾਕੀਆਂ ਨੂੰ ਵੀ ਹੋਣਾ ਪੈਣਾ ਆ। ਬਿਲਕੁਲ ਬਿਲਕੁਲ। ਸੋ ਬਹੁਤ ਵੱਡੀ ਗੱਲ ਆ ਇਹ ਗੱਲ ਕਹਿ ਦੇਣੀ ਕਿ ਅਸੀਂ ਮਰਨ ਨੂੰ ਤਿਆਰ ਆ, ਉਹ ਸੌਖਾ ਨਹੀਂ ਹੁੰਦਾ। ਔਰ ਜਦੋਂ ਸੱਚਮੁੱਚ ਅਗਲੇ ਪਾਸੇ ਹਨੇਰਾ ਹੋਵੇ, ਬੀਤੇ ਦਿਨੀ ਇੱਥੇ ਪੱਗਾਂ ਲਾਈਆਂ ਗਈਆਂ ਪੰਜਾਬ ਦੇ ਉਹਨਾਂ ਲੀਡਰਾਂ ਦੀਆਂ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ, ਹੋ ਸਕਦਾ ਗਾਂ ਨੂੰ ਲਾਈਆਂ ਜਾਣ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ AK-47 ਚੱਲਣ, ਇੱਥੇ ਗੋਲੀਆਂ ਚੱਲਣ, ਹੋ ਸਕਦਾ ਉੱਥੋਂ ਫੌਜੀ ਆ ਕੇ ਇੱਥੇ ਜਿਹੜੀਆਂ ਕਿ ਲਾਠੀ ਚਾਰਜ, ਬਹੁਤ ਕੁਝ ਹੋ ਸਕਦਾ। ਪਰ ਇਸ ਕੰਮ ਵਾਸਤੇ ਤਿਆਰ ਰਹਿਣਾ ਚਾਹੀਦਾ। ਜਦੋਂ ਜੱਟ ਜ਼ਮੀਨ ਨੂੰ ਜਾਂ ਕਿਸਾਨ ਜਿਹੜਾ ਜ਼ਮੀਨ ਨੂੰ ਮਾਂ ਕਹਿੰਦਾ ਤਾਂ ਉਹ ਸੋਚ ਕੇ ਹੀ ਕਵੇ ਵੀ ਜੇ ਤਾਂ ਮਾਂ ਦਾ ਪੁੱਤ ਬਣ ਕੇ ਵਿਖਾਉਣਾ, ਪੰਜਾਬ ਦਾ ਖਾਧਾ ਜੇ ਤਾਂ ਖਾ ਕੇ ਜਿਹੜਾ ਹਲਾਲ ਕਰਨਾ ਤਾਂ ਠੀਕ ਹੈ, ਜੇ ਖਾ ਕੇ ਹਰਾਮ ਕਰਨਾ ਬਹੁਤ ਕਰ ਰਹੇ ਆ, ਬਹੁਤ ਸਾਰੇ ਲੀਡਰ ਕਰ ਰਹੇ ਆ, ਬਹੁਤ ਸਾਰੇ ਗਵਈਏ, ਲੇਖਕ, ਗਾਇਕ, ਜਿਹੜੇ ਧਾਰਮਿਕ, ਸਿਆਸੀ, ਅਖਾੜੇ ਵਾਲੇ ਬਥੇਰੇ ਲੀਡਰ ਬਹੁਤ ਕਰ ਰਹੇ ਆ, ਜਿਨ੍ਹਾਂ ਨੂੰ ਬੜੇ ਵੱਡੇ ਅਵਾਰਡ ਮਿਲੇ ਪੰਜਾਬੀ ਮਾਂ ਬੋਲੀ ਦਾ ਪੁੱਤ ਹੋਣ ਦੇ ਨਾਂ ਤੇ। ਉਹ ਮਾਸੀ ਦੀ ਗੋਦ 'ਚ ਬਹਿ ਕੇ ਪੀਂਘ ਝੂਟਦੇ ਆ। ਤਾਂ ਇਸ ਤਰ੍ਹਾਂ ਦੇ ਲੋਕਾਂ ਦੀ ਪਛਾਣ ਕਰੋ, ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਓ, ਕਿਉਂਕਿ ਬੜਾ ਸਮਾਂ ਕਰਵਟ ਲੈ ਰਿਹਾ। ਪੰਜਾਬ ਦੀ ਜਿਹੜੀ 55% ਤੋਂ ਵੱਧ ਜਿਹੜੀ ਵੋਟ ਆ ਉਹ ਨੌਜਵਾਨੀ ਦੀ ਆ। ਨੌਜਵਾਨੀ ਦੀ ਵੋਟ ਨੂੰ 2017 ਦੇ ਵਿੱਚ ਇੱਕ ਸਿਆਸੀ ਪਾਰਟੀ ਨੇ ਵਰਤਿਆ, ਅਖੀਰ ਨੂੰ ਉਹ ਵੀ ਉਹਨਾਂ ਦੀ ਭੈਣ ਭਰਾ ਬਣ ਕੇ ਉਹਨਾਂ ਦੇ ਬਰਾਬਰ ਬਹਿ ਗਈ। ਤਾਂ ਅਗਾਹ ਕੂਤਰਾਗ ਪਿੱਛਾ ਫੇਰਨਾ ਮੋਢਾ ਗੁਰਬਾਣੀ ਦੀ ਤੋਕਿਆ, ਅੱਗੇ ਤੁਰੋ ਪਿੱਛੇ ਨਹੀਂ ਮੁੜਨਾ, ਪਰ ਸੋਚ ਸਮਝ ਕੇ, ਕਿਉਂਕਿ ਸਾਮ ਦਾਮ ਦੰਡ ਭੇਡ ਜਿਹੜਾ ਸਾਰਾ ਕੁਝ ਵਰਤਣਾ ਪੈਣਾ ਇੱਥੇ ਬਹੁਤ ਜ਼ਿਆਦਾ ਜ਼ਰੂਰੀ ਆ। ਜੇ ਅਸੀਂ ਦੇਖੋ ਜਿਵੇਂ ਸਾਡੇ ਆਪਣੇ ਬੰਦੇ ਕਹਿ ਰਹੇ ਸੀ ਚੱਕ ਪੋ ਆਪਾਂ ਇੱਥੇ ਆ, ਕਹਿੰਦੇ ਅੱਗੇ ਵੱਲ ਨੂੰ ਕੂਚ ਕਰਦੇ, ਉੱਥੇ ਸਾਨੂੰ ਪੁਲਿਸ ਨੇ ਘੇਰ ਲੈਣਾ ਸੀ। ਆਪਾਂ ਹੁਣ ਕਿੰਨੀ ਦੇਰ ਰਾਹ ਰੋਕਿਆ ਹੋਇਆ, ਚੱਕਾ ਜਾਮ ਆ ਨਾ, ਉੱਥੇ ਜਾਣ ਦੇ ਨਾਲੋਂ ਚੱਕੇ ਜਾਮ ਨੇ ਜ਼ਿਆਦਾ ਫਾਇਦਾ ਦੇਣਾ ਆ, ਕਿਉਂਕਿ ਆਪਾਂ ਐਂਟਰੀ ਨਹੀਂ ਕਰਨ ਦਿੱਤਾ ਕੋਈ। ਦੂਜੀ ਗੱਲ ਜਿਹੜੀ ਤੁਸੀਂ ਵੀ ਕਹੀ ਸੀਗੀ ਤੇ ਮੈਂ ਵੀ ਕਹਿੰਦੀ ਆ ਕਿ ਜਦੋਂ ਆਪਾਂ ਕਿਸੇ ਵੀ ਇਹੋ ਜਿਹੇ ਰਾਹ ਤੇ ਤੁਰਦੇ ਆ, ਸਾਡੇ ਕਹਾਵਤ ਆ ਕਿ ਔਖਲੀ 'ਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ।
ਠੀਕ ਹੈ ਨਾ। ਫਿਰ ਇਹ ਹੁਣ ਸਿਰ ਤੇ ਕਫਨ ਬੰਨ ਕੇ ਤੁਰਿਓ, ਜਿਹਨੇ ਤੁਰਨਾ ਆ, ਜਿਹਨੇ ਗੱਦਾਰੀ ਕਰਨੀ ਆ ਪਹਿਲਾਂ ਹੀ ਘਰੇ ਬੈਠ ਜਾਓ, ਲੋੜ ਨਹੀਂਗੀ। ਅਸੀਂ ਥੋੜੇ ਚੰਗੇ ਆ ਪਰ ਸਾਨੂੰ ਗੱਦਾਰ ਮਨਜ਼ੂਰ ਨਹੀਂ। ਇਹ ਬਿਲਕੁਲ ਮੈਂ ਤੁਹਾਨੂੰ ਹੀ ਨਹੀਂ ਪੁੱਛਿਆ, ਮੈਂ ਹਰੇਕ ਨੂੰ ਪੁੱਛਦਾ ਹੁੰਦਾ ਕਿਉਂਕਿ ਬੜੇ ਮੋਰਚੇ ਲੱਗੇ ਆ ਪਿਛਲੇ 5-7 ਸਾਲਾਂ 'ਚ, ਬੜੇ ਧਰਨੇ ਲੱਗੇ ਆ। ਉਹ ਧਾਰਮਿਕ ਸੀ, ਉਹ ਸਿਆਸੀ ਸੀ, ਬਹੁਤ ਕੁਝ ਸੀਗਾ, ਪਰ ਉੱਥੇ ਦਿਲ ਟੁੱਟ ਗਿਆ। ਜਿੱਦਾਂ ਇੱਥੇ ਆਏ ਆ ਸਵੇਰ ਦੇ ਨੌਜਵਾਨ, ਕਿਉਂਕਿ ਵਿਹਲਾ ਕੋਈ ਨਹੀਂਗਾ, ਪਰ ਇੰਨਾ ਵੀ ਮੋਹ ਪਿਆਰ ਨੂੰ ਆਏ ਆ। ਕੋਈ ਕਹਿੰਦਾ ਯਾਰ ਉੱਥੇ ਲੱਖੇ ਉਹਨਾਂ ਨੇ ਆਉਣਾ, ਬੜਾ ਵਧੀਆ ਬੋਲਦਾ, ਕੋਈ ਸਿੰਗਰ ਦੇ ਮੂੰਹ ਨੂੰ ਆਏ, ਕੋਈ ਕਹਿੰਦਾ ਵੀ ਉੱਥੇ ਸਿਮਰਨਜੀਤ ਕੌਰ ਗਿੱਲ ਨੇ ਆਉਣਾ, ਉਹਨਾਂ ਨੂੰ ਮਿਲਣਾ। ਬਹੁਤ ਸਾਰੇ ਲੋਕ ਆਏ ਆ ਵੀ ਯਾਰ ਕਿਸਾਨੀ ਵਾਸਤੇ ਆਏ, ਪਰ ਜੇ ਇੱਥੋਂ ਧੋਖਾ ਹੋ ਗਿਆ ਤਾਂ ਫਿਰ ਲੋਕ ਲਾਹਨਤਾਂ ਪਾਉਣਗੇ, ਜੁੱਤੀਆਂ ਵੀ ਪੈਂਦੀਆਂ, ਫਿਰ ਘਰੋਂ ਬਾਹਰ ਨਿਕਲ ਜੋਗਾ ਨਹੀਂ ਛੱਡਦੇ। ਤੁਹਾਨੂੰ ਲੱਗਦਾ ਵੀ ਇਹ ਇੱਥੇ ਅਸੀਂ ਭਰੋਸਾ ਕਰ ਸਕਦੇ ਹਾਂ? ਨਹੀਂ, ਬਿਲਕੁਲ। ਦੇਖੋ ਜਿਹੜੀ ਮੇਨ ਟੀਮ ਹੈ ਇਹਦੀ, ਮੈਂ ਉਹਦਾ ਮੈਂਬਰ ਹਾਂ, ਠੀਕ ਆ, ਤੇ ਸਾਡੇ ਤੇ ਸੱਚੀ ਮੁੱਚੀ ਭਰੋਸਾ ਕਰ ਸਕਦੇ ਹੋ ਕਿਉਂਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਅਸੀਂ ਇੱਥੇ ਕਿਸੇ ਵੀ ਚੀਜ਼ ਲਈ ਨਹੀਂ ਆਏ। ਸਾਨੂੰ ਦੇਖਿਆ ਜਾਵੇ, ਮੇਰੇ ਵਰਗੇ ਦਾ ਬੈਨੀਫਿਟ ਕੀ ਹੈ ਕਿ ਮੈਂ ਆਪਦੇ ਦਫ਼ਤਰ ਦੇ ਵਿੱਚ ਬੈਠਾਂ, ਕੰਸਲਟੇਸ਼ਨ ਦਾ ਮੈਂ ਕੇਸ ਲੜਾਂ, ਮੈਨੂੰ ਸੜਕਾਂ ਤੇ ਤਾਂ ਕੁਝ ਨਹੀਂ ਮਿਲਣਾ ਹੈਗਾ, ਠੀਕ ਆ, ਪਰ ਮੈਂ ਇੱਕ ਕਿਸਾਨ ਦੀ ਹਾਂ। ਦੂਜੀ ਗੱਲ ਆ ਕਿ ਮੇਰਾ ਪਰਿਵਾਰ ਵੀ ਇੰਡੀਆ 'ਚ ਨਹੀਂਗਾ, ਸਾਡੀ ਤਾਂ ਜ਼ਮੀਨ ਵੀ ਠੇਕੇ ਤੇ ਆ, ਠੀਕ ਆ, ਪਰਿਵਾਰ ਮੇਰਾ ਕੈਨੇਡਾ 'ਚ ਬੈਠਾ, ਮੈਨੂੰ ਤਾਂ ਬਿਲਕੁਲ ਹੀ ਫਾਇਦਾ ਨਹੀਂਗਾ ਜੇ ਸੋਚੀਏ। ਪਰ ਗੱਲ ਆ ਉੱਥੇ, ਗੱਲ ਸਾਡੀ ਹੋਂਦ ਦੀ ਆ। ਇਹ ਸਾਰੇ ਜਣੇ ਪੰਜਾਬ ਦੇ ਦਰਦੀ ਹੋ ਕੇ ਇੱਥੇ ਇਕੱਠੇ ਹੋਏ ਕਿਉਂਕਿ ਅਸੀਂ ਕਿਸੇ ਪਾਰਟੀ ਵਾਲੇ ਨਹੀਂਗੇ। ਸੋ ਵਿਸ਼ਵਾਸ ਕਰਕੇ ਦੇਖਿਓ, ਅਸੀਂ ਮਰਦੇ ਮਰ ਜਾਾਂਗੇ ਪਰ ਪਿੱਠ ਨਹੀਂ ਲੱਗਣ ਦਿੰਦੇ ਪੰਜਾਬੀਆਂ ਦੀ। ਮੈਂ ਬਾਕੀਆਂ ਦੀ ਵੀ ਮੈਨੂੰ ਗਰੰਟੀ ਆ, ਪਰ ਮੈਂ ਆਪਦੀ ਤਾਂ ਸ਼ੋਰਿਟੀ ਪੂਰੀ ਤਰ੍ਹਾਂ ਦੇ ਸਕਦੀ ਹਾਂ ਨਾ। ਮੈਂ ਆਪਾਂ ਮਿਲੇ ਸੀ ਪਹਿਲੀ ਵਾਰ ਜਸਪਾਲ ਦੇ ਧਰਨੇ ਤੇ, ਠੀਕ ਆ, ਮੈਂ ਉੱਥੇ ਗਈ ਸੀ, ਮੈਂ ਉਹਦੇ ਪਰਿਵਾਰ ਨੂੰ ਕਿਹਾ ਸੀਗਾ, ਮੈਂ ਕਿਹਾ ਜੋ ਮਰਜ਼ੀ ਹੋ ਜਾਊਗਾ, ਧਰਨਾ ਚੱਕਿਆ ਜਾਵੇ, ਜੋ ਮਰਜ਼ੀ ਹੋਵੇ, ਮੈਂ ਬਾਹ ਨਹੀਂ ਛੱਡੂਗੀ। ਤੇ ਅੱਜ ਮੈਂ ਪਰਿਵਾਰ ਦੇ ਨਾਲ ਖੜੀ ਆ, ਉਸ ਪਰਿਵਾਰ ਤੋਂ ਜਾ ਕੇ ਪੁੱਛਿਆ ਜਾ ਸਕਦਾ, ਠੀਕ ਆ, ਕਿ ਮੇਰੇ ਜੇਲ੍ਹ 'ਚ ਜਾਣ ਕਰਕੇ ਕੇਸ ਦਾ ਬਹੁਤ ਨੁਕਸਾਨ ਹੋਇਆ। ਇੱਕ ਬੰਦਾ ਬਾਹਰ ਮਤਲਬ ਹਸਪੀਟਲ ਜਾ ਕੇ ਬੈਠ ਗਿਆ, ਨੁਕਸਾਨ ਬਹੁਤ ਹੋਇਆ। ਪਰ ਗੱਲ ਆ ਕਿ ਜੇ ਉਹਨਾਂ ਨਾਲ ਵਾਅਦਾ ਕੀਤਾ ਆ ਵੀ ਖੜਾਂਗੇ ਤਾਂ ਖੜੇ ਆ। ਬਿਲਕੁਲ। ਸੋ ਹੋਂਦ ਦਾ ਮਸਲਾ, ਗੱਲ ਕੀ ਆ, ਹੋਂਦ ਦਾ ਮਸਲਾ। ਪੰਜਾਬ 'ਚ ਪੰਜਾਬੀ ਨੂੰ ਖਤਰਾ, ਔਰ ਕਿਹਦੀ ਬਦੌਲਤ ਆ? ਸਾਡੇ ਲੀਡਰਾਂ ਬਦੌਲਤ ਆ। ਸਾਡੇ ਕੁਛ ਜਿਹੜੇ ਮਾਂ ਬੋਲੀ ਦੇ ਗਦਾਰ, ਜਿਹੜੇ ਆਪਦੇ ਆਪ ਨੂੰ ਕਹਿੰਦੇ ਰਹੇ ਪੰਜਾਬੀ ਮਾਂ ਬੋਲੀ ਦਾ ਮਾਣ, ਮੈਨੂੰ ਬੜਾ ਗੁੱਸਾ ਚੜਦਾ ਧਰਮ ਨਾਲ। ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ, ਸਾਰੀ ਉਮਰ ਪੰਜਾਬ ਦਾ ਖਾਦਾ, ਅੱਜ ਜਿਨ੍ਹਾਂ ਨੇ ਸਾਰੀ ਉਮਰ ਪੰਥ ਦਾ ਖਾਦਾ, ਸਾਰੀ ਉਮਰ ਕਿਸਾਨਾਂ ਦਾ ਖਾਦਾ, ਇਹ ਕਿਸਾਨ ਭਰ ਟਰਾਲੀਆਂ, ਭਰ ਬੱਸਾਂ ਜਿਹੜੀਆਂ ਇਹਨਾਂ ਲੀਡਰਾਂ ਦੀਆਂ ਰੈਲੀਆਂ ਦੇ ਵਿੱਚ ਨੱਕੋ ਨੱਕ ਭਰ ਦਿੰਦੇ ਸੀ, ਅੱਜ ਉਹ ਸਿਆਸਤ ਕਰ ਰਹੇ ਆ। ਤੁਹਾਨੂੰ ਰੱਬ ਚੁੱਕੂਗਾ ਕਿਉਂਕਿ ਪ੍ਰਮਾਤਮਾ ਦੇ ਘਰੇ ਦੇਰ ਜ਼ਰੂਰ ਆ, ਅੰਧੇਰ ਨਹੀਂਗਾ, ਕਿਉਂਕਿ ਅਸੀਂ ਤਾਂ ਧਰਮ ਨੂੰ ਮੰਨਣ ਵਾਲੇ ਬੰਦੇ ਆ, ਭਰੋਸਾ ਰੱਖਦੇ ਪ੍ਰਮਾਤਮਾ ਤੇ। ਉਹਨੇ ਪਤਾ ਨਹੀਂ ਕਦੋਂ ਕੀ ਕਲਾ ਵਰਤਾ ਦੇਣੀ ਆ ਜੀ। ਉਹ ਇਨਸਾਫ ਕਰਦਾ, ਉਹ ਜੇ ਤੁਹਾਡੇ ਤੇ ਜ਼ੁਲਮ ਵੀ ਕਰਦਾ ਨਾ, ਉਹਦਾ ਤੁਹਾਨੂੰ ਫਲ ਦਿੰਦਾ। ਜਦੋਂ ਵੀ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ, ਅਸੀਂ ਇਹ ਨਾ ਸੋਚੀਏ ਮੁਸ਼ਕਲ ਆ ਗਈ, ਉਹ ਮੁਸ਼ਕਲ ਸਾਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਕੇ ਜਾਂਦੀ ਆ। ਜਦੋਂ ਕਹਿੰਦੇ ਆ ਕਿ ਜਿੰਨੀਆਂ ਸਾਡੀ ਅਸੀਂ ਉਹ ਮਸ਼ਾਲਾਂ ਆ, ਜਿੰਨਾ ਬੁਝਾਉਂਗੇ ਅਸੀਂ ਜਗਦੇ ਜਾਵਾਂਗੇ, ਠੀਕ ਹੈ ਨਾ। ਬਿਲਕੁਲ ਅਸੀਂ ਉਹ ਆ ਤੇ ਅਸੀਂ ਉਹ ਚੀਜ਼ ਕਰਕੇ ਦਿਖਾਉਣੀ ਆ। ਅਸੀਂ ਆਪਣੇ ਗਦਾਰਾਂ ਨੂੰ ਸਾਈਡ ਤੇ ਰੱਖ ਕੇ, ਉਹਨੂੰ ਖੂਨ ਚੋਂ ਕੱਢ ਕੇ, ਅਸੀਂ ਆਪਣੇ ਉਸ ਵਿਰਸੇ ਨੂੰ ਦੇਖਣਾ ਆ ਜਿਹਦੇ ਅਸੀਂ ਵਾਰਸ ਆ। ਜੀ ਬਿਲਕੁਲ। ਸੋ ਅਸੀਂ ਕਿਸ ਵਿਰਸੇ ਦੇ ਵਾਰਸ ਆ, ਇਹ ਯਾਦ ਰੱਖਿਓ। ਗਦਾੜੀਆਂ ਕਰਨ ਵਾਲੇ ਪਹਾੜੀ ਰਾਜੇ ਨਹੀਂ, ਬਲਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਆ, ਜਿੱਥੇ ਸਾਰੀ ਪ੍ਰਜਾ ਨੂੰ, ਸਾਰੇ ਲੋਕਾਂ ਨੂੰ ਇੱਕ ਬਰਾਬਰ ਵੇਖਿਆ ਜਾਂਦਾ। ਆਮ ਲੋਕਾਂ ਨੇ, ਇਹਨਾਂ ਨੌਜਵਾਨਾਂ ਨੇ ਲੀਡਰ ਬਣਨਾ, ਇਹਨਾਂ ਨੇ ਮੰਤਰੀ ਸੰਤਰੀ ਬਣਨਾ। ਕਾਸ਼ ਪੰਜਾਬ ਦੀ ਵਾਂਗਡੋਰ ਚੰਗੇ ਲੀਡਰਾਂ ਦੇ ਹੱਥ ਆਵੇ, ਜਿਹੜੇ ਇਮਾਨਦਾਰ ਹੋਣ। ਘਰ ਪਰਿਵਾਰ ਦਾ ਹਰੇਕ ਨੂੰ ਲਾਲਚ ਹੁੰਦਾ, ਬਾਲ ਬੱਚਿਆਂ ਦਾ, ਸਭ ਕੁਝ ਹੁੰਦਾ, ਪਰ ਇੱਕ ਪੀੜ੍ਹੀ ਦਾ ਕਰ ਲਓ, 2 ਦਾ ਕਰ ਲਓ, 10 ਦਾ ਹੀ ਕਰ ਲਓ, ਇੱਥੇ ਕਈ ਪੁਸ਼ਤਾਂ 100 ਪੁਸ਼ਤਾਂ ਰੱਜ ਕੇ ਖਾ ਸਕਦੀਆਂ, ਇੰਨਾ ਖਾ ਰਹੇ ਆ। ਸੋ ਗੁਰੂ ਭਲੀ ਕਰੇ। ਧੰਨਵਾਦ, ਤੁਸੀਂ ਸਮਾਂ ਦਿੱਤਾ। ਧੰਨਵਾਦ ਜੀ ਆਵਾਜ਼ ਪਹੁੰਚਾਉਣ ਲਈ। ਧੰਨਵਾਦ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ।